ਕਿਵੇਂ ਮਨ ਦੀ ਕਾਲਖ ਗੁਰੂ ਕੀ ਬਾਣੀ ਦੁਆਰਾ ਲਾਉਣੀ ਹੈ। ਕਿਵੇਂ ਅੰਦਰ ਨੂੰ ਸੋਹਣਾ ਬਣਾਉਣਾ ਹੈ, ਮਨ ਸਾਫ਼ ਕਰਨਾ ਹੈ। ਮਨ ਨੂੰ ਜਿੱਤਣਾ ਕਿਵੇਂ ਹੈ, ਆਓ ਸਤਿਗੁਰਾਂ ਤੋਂ ਸਿੱਖਣ ਦਾ, ਸਮਝਣ ਦਾ ਯਤਨ ਕਰੀਏ ਜੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੇ। ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖਾ ਅਸਲ ਦੇ ਵਿੱਚ ਭਾਂਡਾ ਤੋਂ ਭਾਵ ਹਿਰਦਾ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਸਮਝਾਇਆ, ਸਿੱਖਾ ਅਸਲ ਵਿੱਚ ਉਹ ਹਿਰਦਾ ਚੰਗਾ ਹੈ ਜਿਹੜਾ ਗੁਰੂ ਨੂੰ ਭਾ ਗਿਆ, ਜਿਹੜਾ ਗੁਰੂ ਨੂੰ ਚੰਗਾ ਲੱਗਿਆ। ਤੇ ਗੁਰੂ ਨੂੰ ਚੰਗਾ ਕਿਹੜਾ ਲੱਗਦਾ ਹੈ? ਜਿਸ ਦੇ ਹਿਰਦੇ ਅੰਦਰ ਗੁਰੂ ਕੇ ਵਾਸਤੇ ਪਿਆਰ ਹੈ, ਜਿਸ ਦੇ ਹਿਰਦੇ ਅੰਦਰ ਗੁਰੂ ਕੀ ਬਾਣੀ ਨਾਲ ਪਿਆਰ ਹੈ, ਜਿਸ ਦੇ ਹਿਰਦੇ ਅੰਦਰ ਗੁਰੂ ਕੀ ਮੱਤ ਹੈ, ਗੁਰੂ ਕੀ ਸਿੱਖਿਆ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬੋਲ ਨੇ, ਸਿੱਖੇ ਸਿੱਖਿਆ ਗੁਰ ਵਿਚਾਰ। ਸਿੱਖਾ ਜਦੋਂ ਗੁਰੂ ਕੀ ਸਿੱਖਿਆ ਨੂੰ ਸਿੱਖੇਗਾ ਤਾਂ ਸਿੱਖ ਕਹਿਲਾਵੇਂਗਾ। ਗੁਰੂ ਕੀ ਵਿਚਾਰਧਾਰਾ ਤੇਰੇ ਜੀਵਨ ਵਿੱਚ ਆ ਜਾਵੇਗੀ, ਗੁਰੂ ਕੇ ਵਿਚਾਰ ਤੇਰੀ ਮੱਤ ਵਿੱਚ ਆ ਜਾਵਣਗੇ। ਤੇ ਪਾਤਸ਼ਾਹ ਜੀ ਕਹਿ ਰਹੇ ਨੇ, ਜਦੋਂ ਵਿਚਾਰ ਮੱਤ ਵਿੱਚ ਆ ਗਏ, ਚੇਤਾ ਰੱਖੀ ਨਦਰੀ ਕਰਮ ਲੰਘਾਏ ਪਾਰ। ਸਤਿਗੁਰਾਂ ਨੇ ਐਸੀ ਮਿਹਰ ਦੀ ਨਿਗਾਹ ਤੇਰੇ ਤੇ ਕਰਨੀ ਹੈ, ਐਸੀ ਬਖਸ਼ਿਸ਼ ਦੀ ਨਿਗਾਹ ਤੇਰੇ ਤੇ ਕਰਨੀ ਹੈ, ਤੈਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਤਾਰ ਦੇਣਗੇ। ਤੇ ਦਾਤਾ ਜੀ ਕਹਿ ਰਹੇ ਨੇ, ਚੇਤਾ ਰੱਖੀ ਇਸ ਦੁਨੀਆ ਤੋਂ ਤਰ ਜਾਵੇਂਗਾ, ਸੰਸਾਰ ਵਿੱਚ ਰਹਿੰਦਿਆਂ ਜਿਉਂਦਾ ਮੁਕਤ ਹੋ ਜਾਵੇਂਗਾ, ਸੰਸਾਰ ਵਿੱਚ ਰਹਿੰਦਿਆਂ ਜੀਵਨ ਮੁਕਤ ਹੋ ਜਾਵੇਂਗਾ। ਇਸ ਲਈ ਉਹ ਹਿਰਦਾ ਗੁਰੂ ਨੂੰ ਚੰਗਾ ਲੱਗਦਾ ਹੈ ਜਿਹੜਾ ਗੁਰੂ ਅਕੋਰਡਿੰਗ ਚੱਲਦਾ ਹੈ। ਮਾਂ ਬਾਪ ਨੂੰ ਉਹ ਬੱਚਾ ਚੰਗਾ ਲੱਗੇਗਾ, ਮਾਂ ਬਾਪ ਉਸ ਬੱਚੇ ਦਾ ਪੱਖ ਜ਼ਿਆਦਾ ਪੂਰਨਗੇ ਜਿਹੜਾ ਮਾਂ ਬਾਪ ਦੀ ਆਗਿਆ ਵਿੱਚ ਚੱਲੇਗਾ। ਜਿਹੜਾ ਗੁਰਮੁਖੋ ਮਾਂ ਬਾਪ ਦੀ ਆਗਿਆ ਵਿੱਚ ਨਹੀਂ ਚੱਲੇਗਾ, ਮਾਂ ਬਾਪ ਦੀ ਸੁਣੇਗਾ ਨਹੀਂ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਫਿਰ ਸਿੱਖਾ ਚੇਤਾ ਰੱਖੀ, ਜੇ ਤੂੰ ਗੁਰੂ ਕੀ ਨਾ ਸੁਣੇਗਾ, ਗੁਰੂ ਕੀ ਨਾ ਮੰਨੇਗਾ, ਗੁਰੂ ਕੀ ਸਮਝੀ ਨਾ, ਸੁਣੀ ਨਾ, ਵਿਚਾਰੀ ਨਾ, ਅਣਗੌਲਿਆ ਕਰ ਦਿੱਤਾ, ਗੁਰੂ ਨੂੰ ਇਗਨੋਰ ਕਰ ਦਿੱਤਾ, ਚੇਤਾ ਰੱਖੀ ਫਿਰ ਗੁਰੂ ਵੀ ਤੇਰੇ ਤੇ ਬਹੁਤਾ ਪ੍ਰਸੰਨ ਨਹੀਂ ਹੋਵੇਗਾ। ਕਿਉਂਕਿ ਗੁਰੂ ਕੇ ਚਰਨਾਂ ਵਿੱਚ ਆਏ ਹਾਂ। ਜਿਤਨਾ ਸਾਡੀ ਮੱਤ ਦਾ ਦਾਇਰਾ ਹੈ, ਉਤਨੀ ਇੱਕ ਬਖਸ਼ਿਸ਼ ਸਾਨੂੰ ਗੁਰੂ ਨੇ ਦੇ ਦਿੱਤੀ। ਜੇ ਭਾਗਾਂ ਵਾਲਿਓ ਗੁਰੂ ਤੇ ਵਿਸ਼ਵਾਸ, ਗੁਰੂ ਤੇ ਭਰੋਸਾ ਕੀਤਾ, ਮੱਤ ਦਾ ਦਾਇਰਾ ਵੱਡਾ ਕਰ ਲਿਆ ਤੇ ਗੁਰੂ ਨੇ ਬਖਸ਼ਿਸ਼ ਕਰਕੇ ਰੱਬ ਦੇ ਨਾਲ ਮਿਲਾਪ ਕਰਵਾ ਦਿੱਤਾ। ਜੇ ਗੁਰੂ ਕੇ ਚਰਨਾਂ ਤੇ ਭਰੋਸਾ ਕੀਤਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਚੇਤਾ ਰੱਖੀ ਜੰਮਨ ਮਰਨ ਕੱਟਿਆ ਜਾਵੇਗਾ, ਆਵਾਗਮਨ ਵਿੱਚੋਂ ਮੁਕਤ ਹੋ ਜਾਵੇਗਾ। ਜੇ ਗੁਰੂ ਤੇ ਭਰੋਸਾ ਨਾ ਕੀਤਾ, ਜਿਤਨੀ ਕਿ ਤੇਰੀ ਭਾਵਨਾ ਹੈ, ਕਿਉਂਕਿ ਗੁਰਮੁਖੋ ਵੇਖੋ, ਕਿਸੇ ਦੇ ਕੋਲ ਚਮਚੇ ਜਿੰਨੀ ਭਾਵਨਾ ਹੈ, ਕਿਸੇ ਕੋਲ ਮਿੱਟੀ ਦੇ ਤਿਨਕੇ ਜਿੰਨੀ ਭਾਵਨਾ ਹੈ, ਕਿਸੇ ਦੇ ਕੋਲ ਗੁਰਮੁਖੋ ਬਾਲਟੀ ਹੈ, ਕਿਸੇ ਕੋਲ ਬੱਠਲ ਹੈ, ਕਿਸੇ ਕੋਲ ਵੱਡਾ ਟੱਬ ਹੈ, ਕਿਸੇ ਕੋਲ ਪਾਤਸ਼ਾਹ ਜੀ ਕਹਿ ਰਹੇ ਹਨ ਦਰਿਆ ਦੀ ਤਰ੍ਹਾਂ ਮੱਤ ਹੈ। ਇਸੇ ਤਰ੍ਹਾਂ ਜਿਤਨੀ ਜਿਸ ਕੋਲ ਮੱਤ ਹੋਵੇਗੀ, ਗੁਰੂ ਉਸ ਦੀ ਮੱਤ ਦੁਆਰਾ ਇਸ ਤੇ ਬਖਸ਼ਿਸ਼ ਕਰਨਗੇ। ਇਹ ਸਾਡੇ ਤੇ ਡਿਪੈਂਡ ਕਰਦਾ ਹੈ, ਅਸੀਂ ਬਖਸ਼ਿਸ਼ ਗੁਰੂ ਦੀ ਲੈ ਕਿਸ ਤਰ੍ਹਾਂ ਰਹੇ ਹਾਂ, ਅਸੀਂ ਗੁਰੂ ਤੇ ਭਾਵਨਾ ਕਿਤਨੀ ਕੁ ਬਣਾਏ। ਜੇ ਗੁਰਮੁਖੋ ਅਸੀਂ ਕੇਵਲ ਦੰਭੀ ਪਖੰਡੀ ਬਾਬਿਆਂ ਦੇ ਜਾ ਕੇ ਪੈਰਾਂ ਵਿੱਚ ਡਿੱਗਾਂਗੇ, ਚੇਤਾ ਰੱਖਿਓ ਅੱਜ ਵੀ ਡੁੱਬਾਂਗੇ, ਕੱਲ ਵੀ ਡੁੱਬਾਂਗੇ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿ ਰਹੀ ਹੈ, ਸਿੱਖਾ ਆਪਣੇ ਆਪ ਨੂੰ ਸੰਭਾਲ, ਸਿੱਖਾ ਇੱਕ ਗੁਰੂ ਤੇ ਭਰੋਸਾ ਕਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਗੁਰਮੁਖੋ ਸਾਡੇ ਤੇ ਇਤਨੀ ਕੁ ਰਹਿਮਤ ਕੀਤੀ, ਸਾਡੇ ਵੱਲ ਹੱਥ ਕਰਕੇ ਸਤਿਗੁਰਾਂ ਨੇ ਕਿਹਾ, ਇਨਸੇ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਗੁਰਮੁਖੋ ਅਸੀਂ ਅੱਜ ਸ਼ੀਸ਼ੇ ਵਿੱਚ ਖੜ ਕੇ ਆਪਣੇ ਆਪ ਨੂੰ ਤੱਕੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਅਖਵਾਉਣ ਦੇ ਯੋਗ ਹਾਂ ਕਿ ਨਹੀਂ। ਸਤਿਗੁਰਾਂ ਨੇ ਕਿਹਾ ਸੀ, ਸਿੱਖਾ ਮੇਰੇ ਦਰਸ਼ਨ ਕਰਨੇ ਨੇ, ਆਪਣੇ ਆਪ ਦੇ ਵਿੱਚੋਂ ਕਰੀ। ਜਦੋਂ ਤਿਆਰ ਬਰ ਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਖੜੇਗਾ, ਤੇਰੇ ਵਿੱਚੋਂ ਮੈਂ ਤੈਨੂੰ ਦੀਦਾਰ ਦੇਵਾਂਗਾ। ਤੇ ਭਾਗਾਂ ਵਾਲਿਓ, ਜੇ ਅਸੀਂ ਗੁਰੂ ਕੀ ਸਿੱਖੀ ਨਾ ਸੰਭਾਲੇ, ਗੁਰੂ ਕੀ ਸਿੱਖਿਆ ਨਾ ਸੰਭਾਲੇ,
ਕੇਸ ਦਾੜਾ ਨਾ ਸੰਭਾਲਿਆ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਅਖਵਾਉਣ ਦੇ ਪੁੱਤਰ ਅਖਵਾਉਣ ਦੇ ਹੱਕਦਾਰ ਨਹੀਂ। ਇਸ ਲਈ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਭਾਵ ਸਿੱਖਾ ਤੂੰ ਆਪਣੀ ਸੂਰਤ ਨੂੰ ਕਾਇਮ ਰੱਖਿਆ, ਆਪਣੀ ਸੂਰਤ ਨੂੰ ਸਾਬਤ ਰੱਖਿਆ, ਆਪਣੀ ਸੂਰਤ ਨੂੰ ਪੂਰਾ ਰੱਖਿਆ, ਸਿਰ ਤੇ ਦਸਤਾਰ ਸਜਾਏ। ਦਸਤਾਰ ਤੋਂ ਭਾਵ ਦਸਤਾਰ, ਦਸਤ ਤੋਂ ਭਾਵ ਹੱਥ। ਸਤਿਗੁਰੂ ਜੀ ਕਹਿ ਰਹੇ ਹਨ, ਜਿਸ ਦੇ ਸਿਰ ਤੇ ਦਸਤਾਰ ਹੈ ਉਸ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੱਥ ਹੈ। ਜਿਸ ਦੇ ਹੱਥ ਵਿੱਚ ਕੜਾ ਹੈ, ਗੁਰੂ ਨੇ ਪਿਆਰ ਦੇ ਨਾਲ ਉਸ ਦੀ ਬਾਹ ਪਕੜੀ ਹੈ। ਜਿਸ ਦੇ ਸਿਰ ਦੇ ਉੱਪਰ ਗੁਰਮੁਖੋ ਕੇਸ ਨੇ, ਗੁਰੂ ਦਾ ਮਿਹਰ ਦਾ ਹੱਥ ਉਸ ਦੇ ਸਿਰ ਦੇ ਉੱਪਰ ਹੈ। ਇਸ ਲਈ ਭਾਗਾਂ ਵਾਲਿਓ, ਬਖਸ਼ਿਸ਼ ਅਸੀਂ ਸੰਭਾਲਣੀ ਹੈ, ਸਾਡੇ ਤੇ ਡਿਪੈਂਡ ਹੈ, ਅਸੀਂ ਬਖਸ਼ਿਸ਼ ਨੂੰ ਸਾਂਭਿਆ ਕਿਤਨਾ ਕੁ, ਅਸੀਂ ਗੁਰੂ ਕੀ ਸਿੱਖਿਆ ਨੂੰ ਸੰਭਾਲਿਆ ਕਿਤਨਾ ਕੁ। ਅਸੀਂ ਭਾਵੇਂ ਕਹੀ ਜਾਈਏ, ਅਸੀਂ ਗੁਰੂ ਤੇ ਅਥਾਹ ਭਰੋਸਾ ਹੈ। ਜੇ ਗੁਰੂ ਦੀ ਮੰਨੀ ਨੇ, ਗੁਰੂ ਕਹਿ ਰਿਹਾ ਸਿੱਖਾ ਇਸ ਰਸਤੇ ਚੱਲ, ਕੇਸ ਰੱਖ, ਦਾੜਾ ਰੱਖ, ਗੁਰੂ ਵਾਲਾ ਬਣ। ਤੇ ਭਾਗਾਂ ਵਾਲਿਓ, ਸਾਨੂੰ ਅੱਜ ਕਿਰਪਾਨ ਪਾਉਣ ਤੋਂ ਸ਼ਰਮ ਆ ਰਹੀ ਹੈ, ਅੰਮ੍ਰਿਤ ਛਕਣ ਤੋਂ ਸ਼ਰਮ ਆ ਰਹੀ ਹੈ। ਇਸ ਲਈ ਜੇ ਗੁਰੂ ਕੀ ਸਿੱਖੀ ਨਹੀਂ ਸੰਭਾਲੀ, ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਕਾ ਸਿੱਖ ਅਖਵਾਉਣ ਦੇ ਯੋਗ ਨਹੀਂ, ਭਾਵੇਂ ਦਾਅਵੇ ਕਿੱਡੇ ਵੱਡੇ ਵੱਡੇ ਮਰਜ਼ੀ ਕਰੀ ਜਾਈਏ। ਸਤਿਗੁਰਾਂ ਨੇ ਕਹਿ ਦਿੱਤਾ, ਸਿੱਖਿਆ ਲੈਣ ਵਾਲਾ ਸਿੱਖ ਹੈ। ਜਿਸ ਦੇ ਪਾਸ ਸਿੱਖਿਆ ਹੈ, ਅਸਲ ਵਿੱਚ ਸਿੱਖ ਉਹ ਹੈ ਸਿੱਖੀ ਸਿੱਖਿਆ ਗੁਰ ਵਿਚਾਰ, ਜਿਸ ਨੇ ਗੁਰੂ ਕੀ ਸਿੱਖੀ ਦੇ ਗੁਣ ਗੁਰੂ ਤੋਂ ਸਿੱਖੇ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਦੀ ਮਿਹਰ ਦੀ ਨਿਗਾਹ ਹੋਵੇਗੀ, ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਜਦੋਂ ਗੁਰੂ ਪਿਆਰ ਵਿੱਚ ਆਉਂਦੇ ਨੇ, ਗੁਰੂ ਭਾਵਨਾ ਵੇਖਦੇ ਨੇ, ਇਸ ਦੀ ਭਾਵਨਾ ਕਿਤਨੀ ਕੁ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ। ਪਾਤਸ਼ਾਹ ਜੀ ਇੱਕ ਦਿਨ ਗੁਰਮੁਖੋ ਆਪਣੀ ਮੌਜ ਵਿੱਚ ਆਏ। ਸਤਿਗੁਰਾਂ ਨੇ ਕਿਹਾ, ਸਿੱਖੋ ਕੋਈ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਦਾ ਜਪਜੀ ਸਾਹਿਬ ਜੀ ਦਾ ਪਾਠ ਸੁਣਾਓ। ਤੇ ਗੁਰਮੁਖੋ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਉੱਠਿਆ, ਭਾਈ ਗੋਪਾਲਾ ਜੀ। ਗਲ ਵਿੱਚ ਪੱਲੂ ਪਾਇਆ, ਨਿਮਰਤਾ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਬੇਨਤੀ ਕੀਤੀ, ਦਾਤਾ ਜੀ ਤੁਹਾਡੀ ਮਿਹਰ ਹੋਵੇ, ਤੁਹਾਡੀ ਬਖਸ਼ਿਸ਼ ਹੋਵੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਤੁਹਾਨੂੰ ਮੈਂ ਸੁਣਾ ਦਿੰਦਾ ਹਾਂ। ਤੇ ਭਾਗਾਂ ਵਾਲਿਓ, ਜਿਤਨਾ ਉੱਚਾ ਗੁਰੂ ਕਾ ਪਲੰਗ ਲੱਗਿਆ ਹੈ, ਸਤਿਗੁਰਾਂ ਨੇ ਇੱਕ ਸੋਹਣਾ ਆਸਨ, ਸੋਹਣਾ ਪਲੰਗ ਤਿਆਰ ਕਰਵਾਇਆ। ਤੇ ਪਾਤਸ਼ਾਹ ਜੀ ਨੇ ਉਸ ਸੋਹਣੇ ਪਲੰਗ ਤੇ ਆਪਣੇ ਬਰਾਬਰ, ਦੇਖੋ ਇੱਕ ਪਾਸੇ ਗੁਰੂ ਕਾ ਪਲੰਗ ਲੱਗਿਆ ਹੈ, ਦੂਜੇ ਪਾਸੇ ਸਤਿਗੁਰਾਂ ਨੇ ਉੱਚਾ ਪਲੰਗ ਲਗਵਾਇਆ, ਵਿਛਾਈ ਕਰਵਾਈ। ਭਾਈ ਗੋਪਾਲਾ ਜੀ ਨੂੰ ਕਿਹਾ, ਇਸ ਪਲੰਗ ਤੇ ਬੈਠੋ, ਜਪਜੀ ਸਾਹਿਬ ਜੀ ਦਾ ਪਾਠ ਸੁਣਾਓ। ਭਾਈ ਗੋਪਾਲਾ ਜੀ ਇੱਕ ਮਨ ਇੱਕ ਚਿੱਤ ਹੋ ਕੇ ਬੜੀ ਮਿੱਠੀ ਆਵਾਜ਼ ਦੇ ਵਿੱਚ ਜਪਜੀ ਸਾਹਿਬ ਪੜ੍ਹਨ ਲੱਗੇ। ਇੰਨੇ ਪਿਆਰ ਦੇ ਨਾਲ ਜਪਜੀ ਸਾਹਿਬ ਪੜਿਆ ਤੇ ਗੁਰਮੁਖੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪਣਾ ਆਸਨ ਛੱਡਦੇ ਛੱਡਦੇ ਹੌਲੀ ਹੌਲੀ ਧਰਤੀ ਤੇ ਜ਼ਮੀਨ ਤੇ ਬਿਰਾਜਮਾਨ ਹੋ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਇਹ ਸੰਗਤਾਂ ਨੇ ਕੌਤਕ ਕਰਦਿਆਂ ਦੇਖਿਆ। ਤੇ ਭਾਗਾਂ ਵਾਲਿਓ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦ ਧਰਤੀ ਤੇ ਬਿਰਾਜਮਾਨ ਹੋਏ, ਉਧਰ ਸੰਪੂਰਨਤਾ ਹੋਣੀ ਸ਼ੁਰੂ ਹੋ ਗਈ। ਸ਼ਲੋਕ ਤੇ ਆ ਗਿਆ, ਸਿੱਖ ਨੇ ਸਾਰੀ ਬਾਣੀ ਬੜੀ ਭਾਵਨਾ ਦੇ ਨਾਲ ਪੜ੍ਹੀ। ਜਦੋਂ ਸ਼ਲੋਕ ਤੇ ਆਇਆ, ਸਿੱਖ ਦੇ ਮਨ ਵਿੱਚ ਖਿਆਲ ਆ ਗਿਆ ਬਾਣੀ ਪੜ੍ਹਨ ਵਾਲੇ ਦੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਖੁਸ਼ ਹੋ ਕੇ ਮੈਨੂੰ ਕੋਈ ਨਾ ਕੋਈ ਦਾਤ ਜ਼ਰੂਰ ਦੇਣਗੇ। ਜੋ ਅਰਬ ਦੀਆਂ ਸੰਗਤਾਂ ਨੇ ਕੱਲ ਅਰਬੀ 2 ਘੋੜੇ ਭੇਟਾ ਕੀਤੇ ਨੇ, ਉਸ ਦੇ ਵਿੱਚੋਂ ਸਤਿਗੁਰੂ ਜੀ ਇੱਕ ਘੋੜਾ ਤੇ ਸਿਉਣੇ ਦੀ ਕਾਠੀ ਪਾ ਕੇ ਮੈਨੂੰ ਭੇਟਾ ਕਰ ਦੇਣ, ਮੈਨੂੰ ਦੇ ਦੇਣ, ਮੈਂ ਜੀਵਨ ਦੇ ਵਿੱਚ ਮੈਨੂੰ ਬੜੀ ਖੁਸ਼ੀ ਬੜੀ ਪ੍ਰਸੰਨਤਾ ਹੋਵੇਗੀ। ਤੇ ਗੁਰਮੁਖੋ ਜਪਜੀ ਸਾਹਿਬ ਜੀ ਦੀ ਸਮਾਪਤੀ ਹੋਈ। ਸਤਿਗੁਰੂ ਜੀ ਫਿਰ ਆਪਣੇ ਆਸਨ ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਜੋ ਕੱਲ ਅਰਬ ਦੇ 2 ਘੋੜੇ ਅਰਬੀ ਘੋੜੇ ਸੰਗਤਾਂ ਨੇ ਭੇਟਾ ਕੀਤੇ ਨੇ, ਉਸ ਇੱਕ ਅਰਬੀ ਘੋੜੇ ਤੇ ਸਿਉਣੇ ਦੀ ਕਾਠੀ ਪਾ ਕੇ
ਭਾਈ ਗੋਪਾਲਾ ਜੀ ਨੂੰ ਦੇ ਦਿੱਤੀ ਜਾਵੇ। ਤੇ ਭਾਈ ਗੋਪਾਲਾ ਜੀ ਨੂੰ ਗੁਰਮੁਖੋ ਸਤਿਗੁਰੂ ਜੀ ਕਹਿਣ ਲੱਗੇ, ਸਿੱਖਾ ਬਾਣੀ ਇੰਨੇ ਪਿਆਰ ਦੇ ਨਾਲ ਪੜ੍ਹੇ, ਮੈਂ ਤੈਨੂੰ ਇਹਨਾਂ ਘੋੜਿਆਂ ਦੇ ਇਸ ਦਰ ਦਾ ਮਾਲਕ ਬਣਾਉਣ ਲੱਗਾ ਸੀ, ਮੈਂ ਤੈਨੂੰ ਸੰਸਾਰ ਦਾ ਮਾਲਕ ਬਣਾਉਣ ਲੱਗਾ ਸੀ, ਮੈਂ ਤੈਨੂੰ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਦੇਣ ਲੱਗਾ ਸੀ, ਮੈਂ ਸਿੱਖਾ ਤੇਰੇ ਵਾਸਤੇ ਇਹ ਵੀ ਛੱਡ ਦਿੱਤੀ ਸੀ। ਬੜੇ ਪਿਆਰ ਦੇ ਨਾਲ ਬਾਣੀ ਪੜ੍ਹੇ, ਪਰ ਅਖੀਰ ਤੇ ਆ ਕੇ ਫੁਰਨਾ ਬਣ ਗਿਆ ਕਿ ਮੈਨੂੰ ਸਤਿਗੁਰੂ ਜੀ ਅਰਬ ਦਾ ਉਹ ਘੋੜਾ ਦੇ ਦੇਣ। ਪਾਤਸ਼ਾਹ ਜੀ ਗੁਰਮੁਖੋ ਸਾਨੂੰ ਵੱਡੀਆਂ ਵੱਡੀਆਂ ਦਾਤਾਂ ਦੇਣ ਵਾਲੇ ਨੇ, ਪਰ ਅਸੀਂ ਮਨ ਅੰਦਰ ਖਿਆਲ ਕਰ ਰਹੇ ਹਾਂ ਸਾਨੂੰ ਇਤਨਾ ਕੁ ਦੇ ਦੇ। ਗੁਰੂ ਤੇ ਸਾਨੂੰ ਕੱਲੇ ਕੱਲੇ ਨੂੰ ਰਾਜਾ ਬਣਾ ਰਿਹਾ ਹੈ, ਗੁਰੂ ਤੇ ਸਾਡੇ ਅੰਦਰ ਗੁਣ ਟਿਕਾ ਕੇ ਅਨੇਕਾਂ ਬਖਸ਼ਾਂ ਕਰ ਰਿਹਾ ਹੈ, ਪਰ ਬੰਦਾ ਕਹਿੰਦਾ ਹੈ ਮੈਨੂੰ ਆ ਦੇ ਦੀ, ਆ ਦੇ ਦੀ। ਗੁਰਮੁਖੋ ਬੰਦਾ ਦੁਨਿਆਵੀ ਸੁਖ ਮੰਗਦਾ ਹੈ, ਬੰਦਾ ਦੁਨਿਆਵੀ ਦਾਤਾਂ ਮੰਗਦਾ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖਾ ਚੇਤਾ ਰੱਖੀ ਇਹ ਖਤਮ ਹੋ ਜਾਣ ਵਾਲੀਆਂ ਨੇ। ਤੂੰ ਮੰਗ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ, ਤੂੰ ਮੰਗ ਉਸ ਦੀ ਬਖਸ਼ਿਸ਼, ਤੂੰ ਮੰਗ ਉਸ ਤੋਂ ਗੁਰਮੁਖੋ ਸਵਾਸਾਂ ਨੂੰ ਸਫਲ ਕਰਨ ਵਾਲੀ ਉਹ ਬਖਸ਼ਿਸ਼। ਪਾਤਸ਼ਾਹ ਜੀ ਕਹਿ ਰਹੇ ਹਨ, ਜਦੋਂ ਗੁਰੂ ਨੂੰ ਮੰਗ ਲਿਆ, ਗਿਆਨ ਗੁਰੂ ਤੋਂ ਮੰਗ ਲਿਆ, ਚੇਤਾ ਰੱਖੀ ਦੁਨਿਆਵੀ ਦਾਤਾਂ ਛੋਟੀਆਂ ਲੱਗਣਗੀਆਂ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਗੁਰੂ ਕੀ ਬਖਸ਼ਿਸ਼ ਗੁਰਮੁਖੋ ਸਾਡੇ ਹੱਥ ਆ ਗਏ, ਗੁਰੂ ਕੀ ਬਖਸ਼ਿਸ਼ ਸਾਡੇ ਮਨ ਵਿੱਚ ਵਸ ਗਏ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਚੇਤਾ ਰੱਖੀ ਸੰਸਾਰ ਦੀਆਂ ਵਸਤੂਆਂ, ਸੰਸਾਰ ਦੇ ਰਸ ਛੋਟੇ ਲੱਗਣਗੇ, ਇਸ ਲਈ ਗੁਰੂ ਨੂੰ ਉਹ ਹਿਰਦਾ ਪਾਉਂਦਾ ਹੈ ਜਿਸ ਦੇ ਹਿਰਦੇ ਅੰਦਰ ਭਾਵਨਾ ਹੈ, ਗੁਰੂ ਨੂੰ ਉਹ ਚੰਗਾ ਲੱਗਦਾ ਹੈ ਜੀ। ਭਾਂਡਾ ਆਤਮ ਲੀਨ, ਬੰਦੇ ਦਾ ਅੰਦਰ ਦਾ ਹਿਰਦਾ ਅੱਤ ਦਾ ਮਲੀਨ ਹੈ, ਅੱਤ ਦਾ ਮੈਲਾ ਹੈ, ਵਿਕਾਰਾਂ ਦੇ ਨਾਲ ਮੈਲਾ ਹੋਇਆ ਪਿਆ ਹੈ। ਐਸੀ ਕੋਈ ਸੰਸਾਰ ਦੀ ਗੰਦਗੀ ਨਹੀਂ ਜਿਹੜੀ ਬੰਦੇ ਦੇ ਦਿਮਾਗ ਵਿੱਚ, ਬੰਦੇ ਦੇ ਮਨ ਵਿੱਚ ਨਾ ਹੋਵੇ। ਪਾਤਸ਼ਾਹ ਜੀ ਕਹਿ ਰਹੇ ਹਨ, ਦੂਸਰੇ ਪ੍ਰਤੀ ਈਰਖਾ ਰੱਖਦਾ ਹੈ, ਦੂਸਰੇ ਦਾ ਬੁਰਾ ਸੋਚਦਾ ਹੈ, ਦੂਸਰੇ ਦੇ ਨਾਲ ਧੋਖਾ ਕਰਦਾ ਹੈ, ਆ ਮੇਰਾ ਹੋ ਜਾਵੇ, ਦੂਜਾ ਮਰਦਾ ਹੈ ਤਾਂ ਮਰੇ, ਦੂਜੇ ਦਾ ਮੈਨੂੰ ਕੋਈ ਅਸਰ ਨਹੀਂ ਪਰ ਮੈਂ ਸੌਖਾ ਹੋ ਜਾਵਾਂ, ਆ ਵੀ ਮੇਰਾ ਹੋ ਜਾਵੇ, ਆ ਵੱਟ ਵੱਢ ਕੇ ਮੈਂ ਹੋਰ ਥੋੜੀ ਜੀ ਆਪਣੀ ਜ਼ਮੀਨ ਵਧਾ ਲਵਾਂ। ਪਾਤਸ਼ਾਹ ਜੀ ਕਹਿ ਰਹੇ ਹਨ, ਇਸ ਤਰ੍ਹਾਂ ਬੰਦੇ ਦੀ ਅੰਦਰ ਦੀ ਸੋਚ ਹੈ। ਭਾਂਡਾ ਆਤਮਲੀਨ, ਅੱਤ ਦੀ ਮੈਲ ਮਨ ਦੇ ਵਿੱਚ ਹੈ, ਜਨਮਾਂ ਜਨਮਾਂ ਦੀ ਮੈਲ ਮਨ ਨੂੰ ਚੁੱਕੀ ਫਿਰਦਾ ਹੈ। ਤੇ ਗੁਰੂ ਨੇ ਕਹਿ ਦਿੱਤਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾਹ, ਬੰਦੇ ਦਾ ਮਨ ਅੰਦਰ ਕਾਲਾ ਹੋ ਗਿਆ ਹੈ। ਇਸ ਲਈ ਪਾਤਸ਼ਾਹ ਜੀ ਸਮਝਾ ਰਹੇ ਨੇ, ਅੱਤ ਦਾ ਮਲੀਨ ਹੈ, ਧੋਤਾ ਹੱਛਾ ਨਾ ਹੋਏ ਸੀ, ਬਾਹਰੋਂ ਤਨ ਧੋਣ ਦੇ ਨਾਲ ਮਨ ਪਵਿੱਤਰ ਨਹੀਂ ਹੋਵੇਗਾ। ਭਾਵੇਂ ਧਾਰਮਿਕ ਸਥਾਨਾਂ ਤੇ ਜਾ, ਭਾਵੇਂ ਤੀਰਥਾਂ ਤੇ ਜਾ, ਚੇਤਾ ਰੱਖੀ ਜਿਤਨਾ ਸਮਾਂ ਮਨ ਸਾਫ਼ ਨਹੀਂ ਕਰੇਗਾ, ਤੇਰੇ ਤੀਰਥਾਂ ਤੇ, ਤੇਰੇ ਧਾਰਮਿਕ ਸਥਾਨਾਂ ਤੇ ਇਸ਼ਨਾਨ ਕੀਤੇ ਵੀ ਨੇ ਫਲ ਨੇ। ਇਸ ਲਈ ਸਤਿਗੁਰਾਂ ਨੇ ਤੀਰਥਾਂ ਤੇ ਜਾਣ ਵਾਲਿਆਂ ਨੂੰ ਕਿਹਾ, ਤੀਰਥ ਨਹਾਵਣ ਜਾਓ, ਇਹ ਤੀਰਥਾਂ ਤੇ ਨਹਾਉਣ ਵਾਲਿਓ, ਤੀਰਥ ਨਾਮ ਹੈ, ਸਭ ਤੋਂ ਵੱਡਾ ਤੀਰਥ ਰੱਬ ਜੀ ਦਾ ਨਾਮ ਹੈ। ਸਭ ਤੋਂ ਪਹਿਲੋਂ ਆਪਣੇ ਮਨ ਅੰਦਰ ਤਬਦੀਲੀ ਲੈ ਆ, ਆਪਣੇ ਮਨ ਦਾ ਇਸ਼ਨਾਨ ਕਰਾ, ਤੇਰੇ ਤੀਰਥ ਇਸ਼ਨਾਨ ਕੀਤੇ ਵੀ ਸਫਲ ਹੋ ਜਾਣਗੇ। ਧਾਰਮਿਕ ਸਥਾਨਾਂ ਤੇ ਗਿਆ ਯਾਤਰਾ ਵੀ ਸਫਲ ਹੋ ਜਾਵੇਗੀ ਜੇ ਗੁਰੂ ਕੇ ਚਰਨਾਂ ਵਿੱਚੋਂ ਸਿੱਖਿਆ ਲੈ ਕੇ ਆਪਣੇ ਮਨ ਨੂੰ ਧੋਲਿਆ। ਗੁਰੂ ਦੁਆਰੇ ਹੋਏ, ਗੁਰੂ ਕੇ ਦਰ ਤੇ ਆ ਕੇ ਸੋਝੀ ਪਾਏ ਸੀ। ਸੋਝੀ ਤੋਂ ਭਾਵ ਗੁਰੂ ਤੋਂ ਗਿਆਨ ਲੈਣਾ ਹੈ, ਗੁਰੂ ਤੋਂ ਸਿੱਖਿਆ ਲੈਣੀ ਹੈ, ਸਮਝ ਲੈਣੀ ਹੈ। ਏਤ ਦੁਆਰੇ ਧੋਏ, ਗੁਰੂ ਕੇ ਦਰ ਤੇ ਆ ਕੇ ਆਪਣੇ ਮਨ ਨੂੰ ਗੁਰੂ ਕੀ ਸੰਗਤ ਵਿੱਚ ਬੈਠ ਕੇ ਧੋਏਗਾ। ਹੱਛਾ ਹੋਏ ਸੀ, ਚੇਤਾ ਰੱਖੀ ਮਨ ਪਵਿੱਤਰ ਹੋ ਜਾਵੇਗਾ। ਪਾਤਸ਼ਾਹ ਜੀ ਰਹਿਮਤ ਕਰਨ ਸ਼ਬਦ